ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਗੁਰੂਦੇਵ ਪਿਤਾ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਤੇ ਅੱਜ ਦੀ ਵਿਚਾਰ ਨੂੰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ, ਇੰਨਾ ਰਸ ਭਿੰਨਿਆ ਕੀਰਤਨ ਕਰ ਰਹੇ ਸਨ, ਮਨ ਨਹੀਂ ਸੀ ਕਰ ਰਿਹਾ ਕਿ ਅੱਜ ਦੀ ਕਥਾ ਵਿਚਾਰ ਕਰੀਏ, ਪਰ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਸਾਧ ਸੰਗਤ ਜੀ, ਉਹ ਵੀ ਜ਼ਰੂਰੀ ਹੁੰਦੇ ਨੇ। ਤੇ ਗੁਰਿਆਈ ਨਾਲ ਸੰਬੰਧਿਤ ਜੋ ਵਿਚਾਰਾਂ ਦੀ ਲੜੀ ਤੋਂ ਬਾਅਦ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਿੱਖ ਮਿਸ਼ਨਰੀ ਸੁਸਾਇਟੀ ਦੀ ਤਰਫੋਂ ਕਿ ਜਿਨ੍ਹਾਂ ਨੇ ਫਿਰ ਤੋਂ ਇੱਕ ਨਵੀਂ ਲੜੀ ਸ਼ੁਰੂ ਕਰਨ ਦੀ ਸਾਨੂੰ ਜਿਹੜੀ ਹੈਗੀ ਆਗਿਆ ਦਿੱਤੀ ਹੈ। ਸਾਧ ਸੰਗਤ ਜੀ, ਜਿਹੜੇ 6 ਲੈਕਚਰ ਹੋਣਗੇ ਆਉਣ ਵਾਲੇ, ਇਹ ਸਿੱਖੀ ਦੇ 3 ਜਿਹੜੇ ਮੇਨ ਸਾਡੇ ਥੰਮ ਨੇ, ਸੇਵਾ, ਸਿਮਰਨ ਤੇ ਸਾਧ ਸੰਗਤ, ਉਹਨਾਂ ਦੇ ਬਾਰੇ ਜਿਹੜੀ ਹੈਗੀ ਆਪ ਜੀ ਦੇ ਨਾਲ ਵਿਚਾਰ ਸ਼ੁਰੂ ਕੀਤੀ ਜਾਏਗੀ। ਤੇ ਅੱਜ ਦੇ ਇਸ ਵਿਚਾਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸੇਵਾ ਨੂੰ ਸਿੱਖੀ ਦੇ ਵਿੱਚ ਬਹੁਤ ਉੱਚਾ ਥਾਂ ਦਿੱਤਾ ਗੁਰੂ ਪਾਤਸ਼ਾਹ ਨੇ। ਗੁਰ ਇਤਿਹਾਸ, ਗੁਰੂ ਸਾਖੀਆਂ ਜਿੰਨੀਆਂ ਵੀ ਸਾਨੂੰ ਮਿਲਦੀਆਂ ਨੇ, ਉਹਨਾਂ ਵਿੱਚੋਂ ਜ਼ਿਆਦਾਤਰ ਸਾਖੀਆਂ ਜਿਹੜੀਆਂ ਨੇ ਸਾਧ ਸੰਗਤ, ਉਹ ਸੇਵਾ ਦੇ ਨਾਲ ਸੰਬੰਧਿਤ ਨੇ। ਤੇ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੁੰਨੇ ਆ, ਗੁਰੂ ਘਰ ਦੇ ਵਿੱਚ ਭਾਂਡੇ ਤੋਰੇ ਹੁੰਨੇ ਆ, ਸਾਡੇ ਮਨ ਦੇ ਵਿੱਚ ਕਿਹੜੀ ਉਦੋਂ ਬੜਾ ਪਵਿੱਤਰ ਜਿਹੜਾ ਹੈਗਾ ਆ ਵਰਤਾਰਾ ਵਰਤ ਰਿਹਾ ਹੁੰਦਾ। ਸਾਡੇ ਮਨ ਦੇ ਵਿੱਚ ਕਦੀ ਬਰਤਨਾਂ ਦੀ ਸੇਵਾ ਕਰਦਿਆਂ ਇਹ ਨਹੀਂ ਆਉਂਦਾ ਕਿ ਜਿਹਦੀ ਮੈਂ ਪਲੇਟ ਧੋ ਰਿਹਾ, ਜਿਹਦਾ ਮੈਂ ਗਲਾਸ ਧੋ ਰਿਹਾ, ਇਹਦੇ ਵਿੱਚ ਕਿਸ ਨੇ ਪ੍ਰਸ਼ਾਦਾ ਛਕਿਆ ਸੀ, ਉਸ ਇਨਸਾਨ ਦਾ ਸਟੇਟਸ ਕੀ ਸੀ, ਉਹਦਾ ਰੁਤਬਾ ਕੀ ਸੀ, ਉਹ ਅਮੀਰ ਸੀ ਜਾਂ ਉਹ ਗਰੀਬ ਸੀ, ਉਹ ਬੱਚਾ ਸੀ ਜਾਂ ਬਜ਼ੁਰਗ ਸੀ। ਭਾਵੇਂ ਅਸੀਂ ਜੋੜਿਆਂ ਦੀ ਸੇਵਾ ਕਰੀਏ, ਸਾਡੇ ਮਨ ਦੇ ਵਿੱਚ ਇਹ ਕਦੇ ਫੁਰਨਾ ਵੀ ਨਹੀਂ ਫੁਰਦਾ, ਕਿਉਂਕਿ ਸੇਵਾ ਕਰਦੇ ਹਾਂ ਸਾਡੇ ਮਨ ਦੇ ਵਿੱਚ ਇਹ ਬੜੀ ਪਵਿੱਤਰ ਥਾਂ ਜਿਹੜੀ ਹੈਗੀ ਆ, ਪਵਿੱਤਰ ਵਰਤਾਰਾ ਉਸ ਵੇਲੇ ਵਰਤ ਰਿਹਾ ਹੁੰਦਾ ਹੈ। ਪਰ ਮਾफ़ ਕਰਨਾ, ਜਦੋਂ ਅਸੀਂ ਸੇਵਾ ਤੋਂ ਬਾਹਰ ਆਉਂਦੇ ਹਾਂ ਤੇ ਮਨ ਫਿਰ ਉਸੇ ਸੰਸਾਰੀ ਸਥਿਤੀ ਦੇ ਵਿੱਚ ਆ ਜਾਂਦਾ ਆ, ਜਿੱਥੇ ਪਹਿਲਾਂ ਜਜਮੈਂਟਲ ਨਹੀਂ ਸੀ, ਬਾਹਰ ਆਉਂਦਿਆਂ ਹੀ ਇਹ ਗੁਰੂ ਘਰ ਤੋਂ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਫਿਰ ਇਹ ਜਜਮੈਂਟਲ ਹੋ ਜਾਂਦਾ ਆ। ਫਿਰ ਜਿਹੜਾ ਸਾਹਮਣੇ ਖੜਾ ਆ ਉਹਨੂੰ ਵੇਖ ਕੇ ਕਈ ਤਰ੍ਹਾਂ ਦੇ ਵਿਚਾਰ ਆਪਣੇ ਮਨ ਦੇ ਵਿੱਚ, ਸਾਡਾ ਮਨ ਜਿਹੜਾ ਆ ਫਿਰ ਵਰਤਾਉਣੇ ਸ਼ੁਰੂ ਕਰ ਦਿੰਦਾ ਹੈਗਾ। ਸਾਡੇ ਮਨ ਦੀ ਅਵਸਥਾ ਹੁੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦੇ ਇਨਸਾਨ ਜਿਹੜਾ ਨਾ, ਉਹਨੇ ਆਪਣੇ ਅੰਦਰ ਇੰਨੀਆਂ ਕੰਧਾਂ ਖੜੀਆਂ ਕਰ ਲਈਆਂ ਤੇ ਇਹ ਸਾਰੀ ਉਮਰ ਜਿਹੜਾ ਹੈਗਾ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਜ਼ ਆਪਣੇ ਜੀਵਨ ਦੇ ਵਿੱਚ ਵੀ ਵੱਖ-ਵੱਖ ਕੰਧਾਂ ਦੇ ਨਾਲ ਜਿਹੜੇ ਇਹਨੇ ਆਪਣੀ ਜ਼ਿੰਦਗੀ ਦੀ ਚਾਰਦੀਵਾਰੀ ਕੀਤੀ, ਉਹਦੇ ਵਿੱਚ ਹੀ ਰਹਿੰਦਾ ਆ। ਜਦੋਂ ਗੁਰੂ ਘਰ ਆਉਂਦਾ, ਇਹਦੇ ਮਨ ਦੀ ਅਵਸਥਾ ਬੜੀ ਪਵਿੱਤਰ ਹੁੰਦੀ ਆ। ਉਦੋਂ ਇਹ ਮਹਿਸੂਸ ਕਰ ਰਿਹਾ ਹੁੰਦਾ ਕਿ ਮੈਂ ਇਸ ਵੇਲੇ ਗੁਰੂ ਦੀ ਹਜ਼ੂਰੀ ਵਿੱਚ ਹਾਂ, ਗੁਰੂ ਦੀ ਗੋਦ ਵਿੱਚ ਹਾਂ। ਪਰ ਜਦੋਂ ਇਹ ਗੁਰੂ ਘਰ ਤੋਂ ਬਾਹਰ ਚਲਿਆ ਜਾਂਦਾ ਆ, ਇਹਦੇ ਮਨ ਦੀ ਅਵਸਥਾ ਜਿਹੜੀ ਹੈਗੀ ਫਿਰ ਉਹੀ ਨੋਰਮਲ ਹੋ ਜਾਂਦੀ ਆ। ਤੇ ਕਹਿੰਦੇ ਸਾਰੀਆਂ ਕੰਧਾਂ ਸਾਨੂੰ ਤੋੜਨ ਦੀ ਲੋੜ ਆ। ਇਹ ਸਾਰੀਆਂ ਕੰਧਾਂ ਤੋੜ ਕੇ ਇੱਕ ਉਹ ਅਵਸਥਾ ਜਿਹਦੇ ਵਿੱਚ ਹਮੇਸ਼ਾ ਸਾਡੀ ਸੱਚਖੰਡ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਆ ਲਿਵ ਲੱਗੀ ਰਹੇ, ਗੁਰੂ ਦੇ ਨਾਲ ਲਿਵ ਲੱਗੀ ਰਹੇ, ਉਸ ਤਰ੍ਹਾਂ ਦੀ ਅਵਸਥਾ ਜੇ ਬਣ ਜੇ ਤੇ ਗੁਰੂ ਦੀ ਬਹੁਤ ਵੱਡੀ ਮਿਹਰ ਤੇ ਬਹੁਤ ਵੱਡੀ ਕਿਰਪਾ ਹੋਏਗੀ। ਸਾਧ ਸੰਗਤ ਜੀ, ਇਹ ਵਿਚਾਰਾਂ ਦੀ ਲੜੀ ਸ਼ੁਰੂ ਕਿਉਂ ਕੀਤੀ? ਉਹਦੇ ਲਈ ਥੋੜ੍ਹਾ ਇਹਦਾ ਕਾਰਨ ਸੀ ਕਿ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਨਾਮ ਰਸ ਦਾ ਬਹੁਤ ਵੱਡਾ ਦੀਵਾਨ ਜਿਹੜਾ ਹੈਗਾ ਸਿੰਗਾਪੁਰ ਦੇ ਵਿੱਚ ਉਹ ਹੋਇਆ ਸੀ। ਸਿੰਗਾਪੁਰ ਦੀ ਸੰਗਤ ਨੇ, ਦੇਸ਼ ਵਿਦੇਸ਼ ਦੀ ਸੰਗਤ ਨੇ ਇਹਦੇ ਵਿੱਚ ਜਿਹੜੀ ਹੈ ਸ਼ਮੂਲੀਅਤ ਕੀਤੀ ਆ। ਸਾਰੇ ਬੜੇ ਚਾਵਾਂ ਦੇ ਨਾਲ ਇਸ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਨੇ। ਤੇ ਉਹਨਾਂ 4 ਦਿਨਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਹਰ ਇੱਕ ਸੰਗਤ ਮੈਂਬਰ ਦੇ ਮਨ ਦੇ ਵਿੱਚ ਇੱਕ ਬੜੀ ਉੱਚੀ ਅਵਸਥਾ ਜਿਹੜੀ ਆ ਬਣੀ ਹੁੰਦੀ ਆ। ਹਰ ਜਿਹੜਾ ਇਨਸਾਨ ਆ ਉਹ ਸਿਮਰਨ ਵੀ ਕਰ ਰਿਹਾ ਹੁੰਦਾ, ਸੇਵਾ ਵੀ ਕਰ ਰਿਹਾ ਹੁੰਦਾ, ਸਾਧ ਸੰਗਤ ਦਾ ਆਨੰਦ ਵੀ ਮਾਣ ਰਿਹਾ ਹੁੰਦਾ। ਅਸੀਂ ਜੇ ਦੇਖਿਆ ਹੋਏਗਾ, ਉੱਥੇ ਪਾਲਕੀ ਦੀ ਸੇਵਾ ਕਰਨ ਦੇ ਲਈ ਜਿਹੜਾ ਹੈਗਾ ਸੰਗਤ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲਦਾ ਹੈਗਾ। ਪਰ ਇਸ ਦੇ ਨਾਲ ਹੀ ਇਹ ਵਿਚਾਰਾਂ ਦੀ ਲੜੀ ਸ਼ੁਰੂ ਕਿਉਂ ਕੀਤੀ ਕਿ ਇਹ ਜਿਹੜਾ ਉਤਸ਼ਾਹ ਆ ਸਿਰਫ 4 ਦਿਨ ਲਈ ਨਹੀਂ ਚਾਹੀਦਾ। ਉਸ ਤੋਂ ਬਾਅਦ ਇਹ ਨਹੀਂ ਕਿ ਫਿਰ ਅਗਲਾ ਨਾਮ ਰਸ ਹੋਏਗਾ ਤੇ ਸੰਗਤ ਨੇ ਫੇਰ ਹੀ ਜਿਹੜੀ ਆ ਸੁੱਖ ਆਸਨ ਦੀ ਹਾਜ਼ਰੀ ਭਰਨੀ ਆ, ਜਾਂ ਗੁਰੂ ਜੀ ਦਾ ਜਦੋਂ ਪ੍ਰਕਾਸ਼ ਹੋਣਾ ਆ ਉਹ ਸੇਵਾ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਆ। ਸਾਨੂੰ ਸਿੱਖਣ ਦੀ ਲੋੜ ਆ ਕਿ ਉਹ 4 ਦਿਨਾਂ ਦਾ ਉਤਸ਼ਾਹ, 4 ਦਿਨਾਂ ਦਾ ਪ੍ਰੇਮ ਜਿਹੜਾ ਹੈਗਾ ਨਾ, ਸਾਡੇ ਜੀਵਨ ਦੇ ਵਿੱਚ ਹਮੇਸ਼ਾ ਬਣਿਆ ਰਹੇ। ਹੁਣ ਇੱਥੇ ਗੁਰੂ ਘਰਾਂ ਦੇ ਵਿੱਚ ਰੋਜ਼ ਪ੍ਰਕਾਸ਼ ਵੀ ਹੁੰਦਾ ਗੁਰੂ ਪਾਤਸ਼ਾਹ ਦਾ ਤੇ ਰੋਜ਼ ਸੁੱਖ ਆਸਨ ਵੀ ਹੁੰਦਾ, ਪਰ ਅਸੀਂ ਫਿਰ ਉਸ ਸੇਵਾ ਦੇ ਵਿੱਚ ਹਾਜ਼ਰੀ ਕਿਉਂ ਨਹੀਂ ਪੜ੍ਹਦੇ? ਇਹ ਸਾਨੂੰ ਇੱਕ ਆਪਣੇ ਆਪ ਨੂੰ ਪ੍ਰਸ਼ਨ ਆ।
ਜਿਵੇਂ ਸਾਡੇ ਮਨ ਦੇ ਵਿੱਚ ਨਾਮ ਰਸ ਦੇ ਵਿੱਚ ਚਾਹ ਸੀ ਉਸ ਸਮੇਂ ਦੇ ਉੱਤੇ, ਉਹ ਚਾਹ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ। ਜੇ ਅਸੀਂ ਰੋਜ਼ ਨਹੀਂ ਆ ਸਕਦੇ ਤੇ ਘੱਟੋ ਘੱਟ ਮਹੀਨੇ 'ਚ ਇੱਕ ਦਿਨ ਆ ਕੇ ਅਸੀਂ ਆਪਣੀ ਗਿਆਨੀ ਸਾਹਿਬਾਨ ਦੀ ਦੇ ਨਾਲ, ਗੁਰੂ ਘਰ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਨਾਲ ਕਰ ਸਕਦੇ ਕਿ ਇਹ ਦਿਨ ਸਾਡੇ ਲਈ ਮਿੱਥ ਲਿਆ ਜਾਏ। ਤੇ ਇਹ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਪੂਰੇ ਇੱਕ ਮਹੀਨੇ ਲਈ ਵੱਖ-ਵੱਖ ਸੰਗਤਾਂ ਜਿਹੜੀਆਂ ਆ ਕੇ ਗੁਰੂ ਘਰ ਦੇ ਵਿੱਚ ਪ੍ਰਕਾਸ਼ ਤੇ ਸੁੱਖ ਆਸਣ ਦੀ ਜਿਹੜੀ ਸੇਵਾ ਆ ਉਹਦੇ ਵਿੱਚ ਵੀ ਹਿੱਸਾ ਲੈ ਸਕਣ। ਸਾਡਾ ਜਿਹੜਾ ਗੁਰੂ ਦੇ ਨਾਲ ਕਨੈਕਸ਼ਨ ਆ ਉਹ ਹਮੇਸ਼ਾ ਲਈ ਬਣਿਆ ਰਹੇ, ਇਹ 2-4 ਦਿਨ ਦਾ ਨਾ ਹੋਏ। ਹੁਣ ਜਦੋਂ ਸਿੱਖੀ ਦੇ ਵਿੱਚ ਅਸੀਂ ਸੇਵਾ ਦੀ ਗੱਲ ਕਰਨੀ ਸਾਧ ਸੰਗਤ ਜੀ, ਤੇ ਕਿਸੇ ਵੀ ਜਦੋਂ ਚੀਜ਼ ਨੂੰ ਸਮਝਣਾ ਨਾ, ਅੱਜ ਦੇ ਸਮੇਂ 'ਚ ਇੱਕ ਬੜਾ ਵਰਤਾਰਾ ਚੱਲ ਰਿਹਾ ਹੁੰਦਾ ਕਿ ਮੇਰੇ ਅਨੁਸਾਰ ਮੈਂ ਇਹ ਸਮਝਦਾ ਹਾਂ। ਅਸੀਂ ਜਦੋਂ ਗੱਲਾਂ ਕਰਦੇ ਨਾ ਕਿਸੇ ਦੇ ਨਾਲ ਜਾਂ ਵਿਚਾਰਾਂ ਦੀ ਸਾਂਝ ਪਾਉਂਦੇ ਆ, ਇਸ ਤਰ੍ਹਾਂ ਦੇ ਵਾਕ ਜਿਹੜੇ ਆ ਵਰਤਦੇ ਆ, ਮੇਰੇ ਅਨੁਸਾਰ ਸੇਵਾ ਇਹ ਹੈਗੀ ਆ, ਮੈਨੂੰ ਸੇਵਾ ਦੀ ਆਹ ਸਮਝ ਆ, ਮੇਰੀਆਂ ਨਜ਼ਰਾਂ ਦੇ ਵਿੱਚ ਸੇਵਾ ਇਸ ਤਰ੍ਹਾਂ ਹੋਣੀ ਚਾਹੀਦੀ ਆ। ਤੇ ਸਾਧ ਸੰਗਤ ਜਦੋਂ ਅਸੀਂ ਗੁਰੂ ਦੇ ਕਿਸੇ ਵੀ ਸਿਧਾਂਤ ਦੀ ਗੱਲ ਕਰਨੀ, ਉਦੋਂ ਮੈਂ ਨਹੀਂ ਹੋਣੀ ਚਾਹੀਦੀ। ਉਦੋਂ ਮੈਂ ਕੀ ਸੋਚਦਾ ਉਹ ਜ਼ਰੂਰੀ ਨਹੀਂ ਆ, ਉਹ ਇੰਪੋਰਟੈਂਟ ਨਹੀਂ ਆ। ਮੇਰੇ ਗੁਰੂ ਨੇ ਮੈਨੂੰ ਕੀ ਸੇਧ ਦਿੱਤੀ ਹੈਗੀ ਆ, ਉਹ ਜ਼ਿਆਦਾ ਜ਼ਰੂਰੀ ਆ। ਜੇ ਤੇ ਮੇਰੇ ਮਨ ਦਾ ਵਿਚਾਰ ਗੁਰਮਤਿ ਦੇ ਅਨੁਸਾਰ ਹੈਗਾ ਫਿਰ ਠੀਕ ਆ, ਜੇ ਨਹੀਂ ਹੈਗਾ ਤੇ ਇੱਕ ਵਾਰੀ ਗੁਰਬਾਣੀ ਖੋਲ੍ਹ ਕੇ ਪੜ੍ਹ ਕੇ ਵਿਚਾਰ ਲਈਏ ਕਿ ਜਿਹੜੀ ਮੈਂ ਗੱਲ ਕਰ ਰਿਹਾ ਉਹ ਕਿਤੇ ਮੇਰੇ ਮਨ ਦਾ ਆਪਣਾ ਵਲਵਲਾ ਤਾਂ ਨਹੀਂ ਹੈਗਾ। ਕਈ ਵਾਰੀ ਦੇਖਿਆ ਅਸੀਂ ਵਿਚਾਰਾਂ ਕਰਦੇ ਆ ਨਾ, ਕਈ ਵੀਰ, ਇੱਕ ਵਾਰੀ ਦਾਸ ਵੀ ਬੈਠਾ ਸੀ ਉੱਥੇ, ਉਹ 2-4 ਵਿਚਾਰਾਂ ਕਰ ਰਹੇ ਸੀ ਆਪਸ 'ਚ ਇਕੱਠੇ ਹੋ ਕੇ। ਇੱਕ ਕਹਿ ਰਿਹਾ ਸੀ ਕਿ ਮੈਂ ਨਾ ਜ਼ਿੰਦਗੀ ਦੇ ਵਿੱਚ ਕੋਈ ਬੁਰਾ ਕੰਮ ਨਹੀਂ ਕੀਤਾ, ਮੈਂ ਕਿਸੇ ਦਾ ਮਾੜਾ ਕੰਮ ਨਹੀਂ ਕਰਦਾ ਤੇ ਮੇਰਾ ਨਿਤਨੇਮ ਹੀ ਨਿਤਨੇਮ ਹੁੰਦਾ ਹੈ। ਕਹਿਣ ਤੋਂ ਭਾਵ ਕਿ ਮੈਨੂੰ ਉਹ ਇਹ ਕਹਿ ਰਿਹਾ ਸੀ ਕਿ ਗੁਰਬਾਣੀ ਦੇ ਅਨੁਸਾਰ ਮੈਂ ਆਪਣਾ ਜੀਵਨ ਬਹੁਤ ਚੰਗਾ ਤੇ ਸੁੱਚਾ ਜੀ ਰਿਹਾ, ਮੈਨੂੰ ਨਿਤਨੇਮ ਕਰਨ ਦੀ ਲੋੜ ਨਹੀਂ ਹੈਗੀ। ਪਰ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਦੇ ਤੇ ਹੁਕਮ ਆ, ਦਮ ਦਮ ਸਦਾ ਸੰਭਾਲਦਾ, ਨਿਤਨੇਮ ਨਹੀਂ ਤੇ ਹਰ ਸਾਹ ਦੇ ਨਾਲ ਤੈਨੂੰ ਵਾਹਿਗੁਰੂ ਦੀ ਜਿਹੜੀ ਯਾਦ ਆ ਉਹ ਬਣੀ ਰਹੇ। ਇਹ ਵੀ ਚੰਗੀ ਗੱਲ ਆ ਕਿ ਉਹ ਕਿਸੇ ਦਾ ਬੁਰਾ ਨਹੀਂ ਕਰ ਰਿਹਾ। ਗੁਰਬਾਣੀ ਦਾ ਸਿਧਾਂਤ ਆ, ਪਰ ਕਾ ਬੁਰਾ ਨਾ ਰੱਖੋ ਚੀਤ, ਕਿ ਕਿਸੇ ਦਾ ਬੁਰਾ ਨਾ ਤੂੰ ਆਪਣੇ ਮਨ ਦੇ ਵਿੱਚ ਰੱਖ। ਪਰ ਇਸ ਤੋਂ ਅਗਲੀ ਵੀ ਗੁਰਬਾਣੀ ਦਾ ਸਿਧਾਂਤ ਆ, ਫਰੀਦਾ ਬੁਰੇ ਦਾ ਭਲਾ ਕਰ। ਹੁਣ ਇਹ ਸਾਰੀ ਸਮਝ ਉਹਨੂੰ ਹੋਊਗੀ ਜਿਹੜਾ ਗੁਰਬਾਣੀ ਨੂੰ ਵਿਚਾਰੂਗਾ। ਇਸ ਲਈ ਅਸੀਂ ਜਦੋਂ ਸੇਵਾ ਨੂੰ ਸਮਝਣਾ, ਸਾਧ ਸੰਗਤ ਸੇਵਾ ਨੂੰ ਜਾਣਦੇ ਹਾਂ, ਸਾਡੇ ਮਨ ਦੇ ਵਿੱਚ ਤਨ ਦੀ ਸੇਵਾ ਦਾ ਹੀ ਜਿਹੜਾ ਕਨਸੈਪਟ ਆ ਉਹ ਸਮਝ ਦੇ ਵਿੱਚ ਆਉਂਦਾ ਕਿ ਸੇਵਾ ਸਾਡੇ ਲਈ ਉਹ ਆ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਭਾਂਡੇ ਮਾਂਜਦੇ ਹੈਗੇ ਆ, ਲੰਗਰਾਂ ਦੀ ਸੇਵਾ ਕਰਦੇ ਆ, ਜੋੜੇ ਧੋ ਲੈਂਦੇ ਆ, ਜਾਂ ਹੋਰ ਕਿਤੇ ਸਿੰਗਾਪੁਰ ਤੋਂ ਬਾਹਰ ਜਾਈਏ, ਉੱਥੇ ਦਰਬਾਰ ਸਾਹਿਬ ਜਦੋਂ ਅਸੀਂ ਜਾਂਦੇ ਆ, ਉੱਥੇ ਸਰੋਵਰ ਦੀ ਪਰਿਕਰਮਾ ਦੀ ਸੇਵਾ ਕਰ ਲੈਂਦੇ ਆ। ਜ਼ਿਆਦਾਤਰ ਸਾਡਾ ਜਿਹੜਾ ਮਨ ਟਿਕਿਆ ਹੁੰਦਾ ਆ ਉਸ ਸਰੀਰਕ ਸੇਵਾ ਦੇ ਨਾਲ ਜਿਹੜਾ ਹੈਗਾ ਉਹ ਜੁੜਿਆ ਹੈਗਾ ਆ। ਤੇ ਜਦੋਂ ਅਸੀਂ ਸੇਵਾ ਨੂੰ ਬਾਹਰੀ ਤੌਰ ਦੇ ਉੱਤੇ ਦੇਖਦੇ ਹਾਂ ਕਿ ਵੱਧ ਤੋਂ ਵੱਧ ਜਦੋਂ ਅਸੀਂ ਸੇਵਾ ਨੂੰ ਕਹੀਏ ਕਿ ਉੱਚੇ ਪੱਧਰ 'ਤੇ ਕਰਨਾ ਹੋਏ, ਫਿਰ ਜਦੋਂ ਕੋਈ ਆਫਤ ਆ ਜਾਂਦੀ ਆ, ਜਿਵੇਂ ਖਾਲਸਾ ਏਡ ਵਾਲੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕਰਦੇ ਨੇ, ਕਿਸੇ ਦੁਖੀਏ ਦਾ, ਕਿਸੇ ਲੋੜਵੰਦ ਦੇ ਮੂੰਹ ਦੇ ਵਿੱਚ ਪਾਣੀ ਪਾਉਣਾ, ਖੁਰਾਕ ਪਾਉਣੀ, ਇਸ ਤਰੀਕੇ ਨਾਲ ਸੋਚਦੇ। ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਕਿਸ ਤਰ੍ਹਾਂ ਦੀ ਸੇਵਾ ਕਰਨ ਨੂੰ ਕਿਹਾ ਹੈਗਾ ਉਹ ਜ਼ਿਆਦਾ ਜ਼ਰੂਰੀ ਹੈ। ਇਸ ਲਈ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ ਸਾਡੇ ਸਾਰਿਆਂ ਲਈ ਜ਼ਰੂਰੀ ਆ। ਜਿੱਥੇ ਅਸੀਂ ਅੱਜ ਕਥਾ ਸੁਣਦੇ ਹਾਂ, ਵਿਚਾਰਾ ਸੁਣਦੇ ਹਾਂ, ਉੱਥੇ ਨਾਲ ਦੇ ਨਾਲ ਇੱਕ ਸਾਡਾ ਫਰਜ਼ ਹੈਗਾ ਗੁਰੂ ਦੀ ਬਾਣੀ ਦੇ ਨਾਲ ਵੀ ਲੱਗਣਾ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਤੇ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ 3 ਤਰ੍ਹਾਂ ਦੀ ਸੇਵਾ ਕਰਨ ਦੀ ਜਿਹੜਾ ਆ ਹੁਕਮ ਦਿੱਤਾ ਹੈਗਾ, ਤਨ, ਮਨ ਤੇ ਤਨ ਨਾਲ। ਇਹ ਵਿਚਾਰਨ ਵਾਲੀ ਗੱਲ ਆ ਕਿ ਇਹ ਸੇਵਾ ਹੁਣ ਗੁਰੂ ਪਾਤਸ਼ਾਹ ਨੇ ਦਿੱਤੀ ਕਿਉਂ ਆ? ਕਿ ਜਦੋਂ ਅਸੀਂ ਸੰਸਾਰ ਉੱਤੇ ਜੀਂਦੇ ਹਾਂ, ਅਸੀਂ ਸੰਸਾਰ 'ਤੇ ਜੀਂਦੇ ਹਾਂ, ਅਸੀਂ ਆਪਣੇ ਤਨ ਨੂੰ ਵੀ ਆਪਣਾ ਸਮਝਦੇ ਹਾਂ, ਆਪਣੇ ਮਨ ਨੂੰ ਵੀ ਸਮਝਦੇ ਹਾਂ ਤੇ ਆਪਣੇ ਧਨ ਨੂੰ ਵੀ ਆਪਣਾ ਸਮਝਦੇ ਹਾਂ। ਇਸ ਕਰਕੇ ਸਾਨੂੰ ਜਦੋਂ ਕਿਸੇ ਚੰਗੇ ਕਾਰਜ ਲਈ ਧਨ ਵੀ ਦੇਣਾ ਪਏ ਨਾ, ਜਿਹੜੇ ਤੇ ਗੁਰੂ ਘਰ ਦੇ ਵੱਡੇ ਦਾਨੀ ਹੈਗੇ ਨੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ, ਉਹ ਨਹੀਂ ਸੋਚਦੇ। ਪਰ ਜ਼ਿਆਦਾਤਰ ਸਾਡੇ ਮਨ ਦੀ ਸਥਿਤੀ ਇਹ ਹੁੰਦੀ ਕਿ ਸਾਨੂੰ ਧਨ ਛੱਡਣਾ ਵੀ ਔਖਾ ਲੱਗ ਰਿਹਾ ਹੁੰਦਾ ਤੇ ਸਾਰੀ ਉਮਰ ਅਸੀਂ ਇਸ ਤਨ ਨੂੰ ਤੇ ਇਸ ਮਨ ਨੂੰ ਆਪਣਾ ਕਰਕੇ ਸਮਝਦੇ ਹਾਂ। ਤੇ ਗੁਰੂ ਪਾਤਸ਼ਾਹ ਦਾ ਬਚਨ ਆ, ਨਾ ਤਨ ਤੇਰਾ ਨਾ ਮਨ ਤੋਹੇ। ਨਾ ਹੀ ਇਹ ਤੇਰਾ ਤਨ ਆ, ਨਾ ਹੀ ਇਹ ਤੇਰਾ ਮਨ ਆ, ਕਿਉਂਕਿ ਇਸ ਨੇ ਇੱਕ ਦਿਨ ਮਿੱਟੀ ਹੋਣਾ ਆ, ਇਹ ਜੀਵਨ ਦਾ ਸੱਚ ਆ। ਤੇ ਪਰ ਗੁਰੂ ਪਾਤਸ਼ਾਹ ਨਾਲ ਇਹ ਵੀ ਤਾਕੀਦ ਕਰਦੇ ਨੇ, ਮਨ ਤੂੰ ਜੋਤ ਸਰੂਪ ਹੈ। ਇਸ ਦਾ ਮਨ ਜਦੋਂ ਉਸ ਪਰਮ ਸੱਚ ਦੇ ਨਾਲ ਜੁੜ ਜਾਂਦਾ ਆ, ਇਹ ਫਿਰ ਜੋਤ ਸਰੂਪ ਹੋ ਜਾਂਦਾ। ਇਹਦੀ ਅਵਸਥਾ ਜਿਹੜੀ ਹੈਗੀ ਆ ਉਹ ਸੱਚਖੰਡ ਦੀ ਅਵਸਥਾ ਬਣ ਜਾਂਦੀ ਆ। ਇਸ ਲਈ ਗੁਰੂ ਪਾਤਸ਼ਾਹ ਬਾਣੀ 'ਚ ਹੁਕਮ ਕਰਦੇ ਨੇ, ਮਨ ਤਨ ਧਨ ਸਭ ਤੁਮਰਾ ਸੁਆਮੀ, ਆਨ ਨਾ ਦੂਜੀ ਜਾਏ।
कि ये जिन्हों असी अपनी सारी उम्र से असी देही नूं अपना समझते साध संगत, पर गुरु का वचन की हैगा, ये तन भी तेरा, ये मन भी तेरा, ते धन भी तेरा। ये जदों सारा कुछ गुरु नूं सौंपांगे फिर ही गुरु की जिहड़ी मत हैगी आ वो सानू कोई सेध दे सकती हैगी आ। इसलिए असी सारे बचपन तो सुनते आ रहे हैं कि सेवा करनी बहुत जरूरी है। बचपन दे विच माँ प्यो भी कहते हैं पुत्तर सेवा करया करो, सेवा करन दे नाल बड़ा मेवा मिलता आ, खास करके वड्डियां दी सेवा करनी चाहिए आ, गुरु घर दे विच भी सेवा करनी चाहिए आ। पर साध संगत जी इस तो अगला प्रश्न है कि सेवा क्यों करनी चाहिए है। जे गुरु पातशाह ने सानू मन तन धन की सेवा गुरबाणी दे विच दित्ती आ, उहदे पिछे कोई ना कोई तो कारण जरूर होएगा। गुरु पातशाह ने जिन्नियां भी संस्थावां जो भी बाणी सानू दित्ती हैगी आ, उहदे पिछे कोई वड्डा कारण सी, क्योंकि बाणी दे नाल असीं जुड़ के अपना जीवन सवारना। जिहड़ियां संस्थावां गुरु पातशाह ने सानू दित्तियां, जे अज गुरु घर हैगा आ ते जदों गुरु नानक पातशाह ने धर्मशाल शुरू कीती सी, उहदे पिछे भी कोई वड्डा कारण सी कि जिथे आके सारी साध संगत जुड़ सके, वाहिगुरु दा उस रब दा सिमरन कर सके। गुरु पातशाह ने सानू जीवन मुक्त होने दे लई असीं जाणदे हां कि गुरबाणी दे विच रोज़ भी पढ़दे हां कि सचियारा होइए कि कूड़े टुटे पाल। साडे जीवन का जिहड़ा परम लक्ष्य हैगा आ, परम उद्देश हैगा, वो परमात्मा की प्राप्ति आ। बहुत जन्म बिछड़े थे माधो, यह जन्म तुम्हारे लेखे। ये भी पढ़ते हैं भई प्राप्त मानुख दे हुरिया, गोबिंद मिलन की यह तेरी बरिया। गुरु पातशाह ने गुरबाणी दे विच जिथे सानू जीवन के उद्देश समझाए ने कि तेरा इस जगत ते आउण दा उद्देश की आ, उत्थे नाल उस उद्देश नूं पूरा करन लई बहुत संस्थावां ते बहुत साधन भी दिते हैं। उन्हां साधनां विचों साध संगत एक है, इस करके असीं गुरु घर दे विच आके गुरु की संगत मानते हैगे। उन्हां दे विचों सिमरन भी एक हैगा, सानू सिमरन करन दा भी हुक्म है गुरु पातशाह दा। उन्हां विचों गुरबाणी भी हैगी ते गुरबाणी नूं सुनना, पढ़ना, विचारना ते जीवना है। सिੱਖੀ जीवन जाच दे असीं धारनी होना, कला समझना नहीं हैगा। ते उन्हां सारे साधनां विचों सेवा भी एक बहुत वड्डा साधन हैगा साध संगत जी, जिहदे राहीं असीं उस वाहिगुरू दी, उस परमात्मा की प्राप्ति करनी हैगी आ। इस करके सेवा प्रधान आ सिੱਖੀ दे विच। पर सानू तन ते धन की समझ आ जाती है कि जे असीं तन नाल सेवा करनी आ ते भांडे मांज लांगे गुरु घर दे विच आके। ये सिर्फ एक ट्रेनिंग है साडी, माफ़ करना, जिवें साडे मन की बड़ी पवित्र अवस्था हुंदी है ना सेवा करदिआं, गुरु पातशाह सानू ट्रेनिंग दिंदे ने कि तू बाहर जाके भी जदों उस लोकाई की सेवा करनी है ना, तेरे मन की अवस्था हमेशा इस तरह की बनी रहे कि सेवा करदिआं तैनूं ये ना महसूस होए कि तू करनहार है, गुरु की बख्शिश के नाल तू सेवा कर रहा हैगा। पर हुण मन की सेवा किस तरह करनी है, धन की सेवा भी समझ आ जाती है कि अपनी कीती नेक कमाई दे विचों असीं जिहड़ा दसवंध कड्डदे हां, उस नाल धन की सेवा हुंदी है। पर मन की सेवा नूं समझण दे लई साध संगत जी सानू फिर गुरबाणी की शरण दे विच जाना पेगा। मन नूं असीं करना की आ, मन नूं गुरु दे नाल जोड़ना है, क्योंकि मन असीं पढ़दे ये मन मेरेआ तू सदा रहो हर नाले। गुरबाणी विच गुरु पातशाह का हुक्म है कि इस मन नूं हमेशा वाहिगुरू नाल जोड़ के रखी। हुण ये जुड़ेगा किवें, जदों ये गुरु दे शब्द की विचार करूगा। गुरु की सेवा शब्द विचार, इसलिए गुरु की बाणी की जिहड़ी विचार आ वह भी एक सेवा साध संगत जी। हुण अर्थ समझने ते विचार करनी, ये दोवें वख-वख वरतारे ने। ज़्यादातर असीं की करते हैगे आ, जदों असीं बाणी पढ़ते हैं असीं बाणी दे अर्थ समझते हैं, वो भावें अंग्रेजी च होण ते भावें पंजाबी जां गुरमुखी च होण। पर विचारना ते अर्थ समझने, इन्हां दा फर्क समझना। साध संगत विचार की आ, विचार आ कि गुरबाणी की एक पंक्ति नूं लैके उसनूं अपने रोज़ मन दे विच रिड़कना कि गुरु पातशाह मैनूं समझा की रहे ने। हो सकदा जिहड़ा अर्थ अज मेरे मन दे विच होया कल वो अर्थ बदल जाए, क्योंकि कल मन की अवस्था गुरु की कृपा दे नाल होर डूंगी हो जाए। इसलिए गुरु पातशाह ने हुक्म किया कि गुरु शब्द की विचार जरूर करया करो। इस दे नाल जिहड़ा साधक आ दिन ब दिन जिहड़ा गुरबाणी की डूंघाई दे विच जाएगा। अर्थ समझने भी जरूरी ने, पर अर्थ समझन तो अगला वरतारा हुंदा, अगला स्टैप हैगा आ गुरु शब्द की विचार करनी। ये विचार करनी क्यों, आगे गुरु पातशाह हुक्म करते हैं, गुरु की सेवा शब्द विचार हौमे मारे करनी सार। ये ना होएगा कि तेरे अंदर की जिहड़ी हौमे है ना ये खत्म होएगी।
ਸਾਧ ਸੰਗਤ ਮਾफ़ ਕਰਨਾ, ਅਸੀਂ ਜ਼ਿਆਦਾਤਰ ਸਮਾਂ ਹਉਮੈ ਤੇ ਹੰਕਾਰ ਨੂੰ ਨਾ ਇੱਕੋ ਸਮਝ ਲੈਂਦੇ ਹਾਂ। ਸਾਨੂੰ ਜੇ ਕੋਈ ਪੁੱਛੇ ਨਾ ਹਉਮੈ ਕੀ ਹੁੰਦੀ ਆ, ਅਸੀਂ ਜ਼ਿਆਦਾਤਰ ਕਹਿ ਦਿੰਦੇ ਜਾਂ ਉਹਦਾ ਇੰਗਲਿਸ਼ ਅਨੁਵਾਦ ਕਰ ਦਾਂਗੇ ਜੀ, ਈਗੋ ਨੂੰ ਹਉਮੈ ਬੋਲਦੇ ਨੇ, ਜਾਂ ਕਹਿੰਦੇ ਜਿਹੜਾ ਬੰਦਾ ਹੰਕਾਰੀ ਬਹੁਤ ਹੋਏ। ਪਰ ਮਾफ़ ਕਰਨਾ, ਇੱਕ ਨਿਮਰ ਇਨਸਾਨ ਦੇ ਵਿੱਚ ਵੀ ਹਉਮੈ ਹੋ ਸਕਦੀ ਹੈ, ਕਿਉਂਕਿ ਹਉਮੈ ਦੀ ਚਲਾਕੀ ਇਹ ਆ, ਹੰਕਾਰ ਇਨਸਾਨ ਦਾ ਜਿਹੜਾ ਵਰਤਾਰਾ ਹੁੰਦਾ, ਉਹਦਾ ਬਿਹੇਵੀਅਰ ਹੁੰਦਾ, ਉਹ 'ਚ ਰਿਫਲੈਕਟ ਹੋ ਜਾਂਦਾ। ਪਰ ਹਉਮੈ ਇੰਨੀ ਸ਼ੈਤਾਨ ਹੈਗੀ, ਆਪਣੇ ਆਪ ਨੂੰ ਰਿਫਲੈਕਟ ਨਹੀਂ ਹੋਣ ਦਿੰਦੀ। ਇਸ ਕਰਕੇ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਕਹਿੰਦੇ ਨੇ ਹਉਮੈ ਧੀਰਗ ਰੋਗ ਹੈ। ਇਹ ਉਹ ਵੱਡਾ ਰੋਗ ਆ, ਜਿੰਨਾ ਚਿਰ ਤੱਕ ਇਨਸਾਨ ਗੁਰੂ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਹਨੂੰ ਸਮਝ ਨਹੀਂ ਆਉਂਦੀ। ਜਿਵੇਂ ਕਿਸੇ ਇਨਸਾਨ ਨੂੰ ਕੋਈ ਵੱਡਾ ਰੋਗ ਲੱਗ ਜੇ ਤੇ ਫਿਰ ਜਿੰਨਾ ਚਿਰ ਤੱਕ ਉਹ ਡਾਇਗਨੋਜ਼ ਨਹੀਂ ਹੁੰਦਾ, MRI ਵਗੈਰਾ ਨਹੀਂ ਕਰਾਉਂਦਾ, ਸਮਝ ਨਹੀਂ ਆਉਂਦਾ ਕਿਸੇ ਵੇਲੇ। ਡਾਕਟਰ ਫਿਰ ਵੱਡੇ ਵੱਡੇ ਟੈਸਟ ਕਹਿੰਦੇ ਨੇ। ਇਸੇ ਤਰ੍ਹਾਂ ਹਉਮੈ ਦਾ ਵਰਤਾਰਾ ਇਹ ਬੜੇ ਸੂਖਮ ਰੂਪ ਦੇ ਵਿੱਚ, ਬੜੀ ਸਟਲ ਫਾਰਮ ਦੇ ਵਿੱਚ ਸਾਡੇ ਅੰਦਰ ਵਰਤਦੀ ਹੈਗੀ ਆ, ਜਿਹੜਾ ਸਾਨੂੰ ਪਤਾ ਨਹੀਂ ਲੱਗਣ ਦਿੰਦੀ। ਇਸ ਲਈ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਕਹਿੰਦੇ ਨੇ ਤੈਨੂੰ ਮਾਰਨੀ ਪਏਗੀ। ਤੇ ਸਿੱਖੀ ਦੇ ਵਿੱਚ ਸਾਧ ਸੰਗਤ ਜੀ, ਜੇ ਮੋਟੇ ਤੌਰ ਦੇ ਉੱਤੇ ਅਸੀਂ ਸਮਝਣਾ ਹੋਏ ਕਿ ਸੇਵਾ ਕੀ ਹੈਗੀ ਆ, ਇਹ 3 ਖੱਖੇ ਜਿਹੜੇ ਹੈਗੇ ਆ ਉਹ ਯਾਦ ਰੱਖਣਾ ਹਮੇਸ਼ਾ। ਪਹਿਲਾ ਖੱਖਾ ਜੀ ਖੁਦ, ਦੂਸਰਾ ਖੱਖਾ ਖੁਦਾ ਤੇ ਤੀਸਰਾ ਖੱਖਾ ਖਲਕਤ। ਸੇਵਾ ਨੂੰ ਕਰਨ ਲੱਗਿਆਂ ਹਮੇਸ਼ਾ ਸਾਡੇ ਮਨ ਦੇ ਵਿੱਚ ਇਹ ਭਾਵ ਹੋਣਾ ਚਾਹੀਦਾ ਕਿ ਮੈਂ ਖੁਦ ਨੂੰ ਸਵਾਰਨਾ ਆ। ਜਿਹੜੀ ਪਹਿਲੀ ਪੌੜੀ ਆ ਸੇਵਾ ਦੀ, ਉਹ ਆਪਣਾ ਆਪ ਸਵਾਰਨ ਦੀ ਆ। ਤੇ ਮੈਂ ਸਵਾਰਨਾ ਕਿਉਂ ਆ? ਕਿਉਂਕਿ ਮੈਂ ਵਾਹਿਗੁਰੂ ਨੂੰ, ਖੁਦਾ ਨੂੰ ਮਿਲਣਾ ਹੈਗਾ, ਤੇ ਉਸ ਨੂੰ ਮਿਲਦਿਆਂ ਜਿਹੜੀ ਉਸ ਦੀ ਬਣਾਈ ਹੋਈ ਖਲਕਤ ਆ, ਜਿਹੜੀ ਦੁਨੀਆ ਆ, ਉਹਦੀ ਸੇਵਾ ਵੀ ਕਰਨੀ ਹੈ। ਹੁਣ ਖੁਦ ਨੂੰ ਸਵਾਰਨਾ ਕਿਸ ਤਰ੍ਹਾਂ ਆ? ਖੁਦ ਨੂੰ ਸਵਾਰਨ ਦੇ ਲਈ ਸਾਨੂੰ ਆਪਣੇ ਅੰਦਰ ਦੀ ਖੁਦੀ ਨੂੰ ਮਿਟਾਉਣਾ ਪਏਗਾ। ਖੁਦੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਸਾਧ ਸੰਗਤ ਜੀ, ਅਸੀਂ ਆਪਣੇ ਤਨ ਨੂੰ ਸਵਾਰਦੇ ਹਾਂ, ਆਪਣੇ ਘਰਾਂ ਨੂੰ ਸਵਾਰਦੇ ਹਾਂ, ਜਾਂ ਜਿਹੜੀ ਵੀ ਸੰਸਾਰਕ ਵਸਤ ਸਾਡੇ ਕੋਲ ਹੁੰਦੀ ਆ, ਅਸੀਂ ਉਹਦਾ ਬੜਾ ਖਿਆਲ ਰੱਖਦੇ ਹਾਂ। ਪਰ ਅਸੀਂ ਆਪਣੇ ਅੰਦਰ ਨੂੰ ਸਵਾਰਨ ਦੀ ਜਿਹੜੀ ਸੇਧ ਆ, ਉਹ ਗੁਰਬਾਣੀ ਤੋਂ ਲੈਣੀ ਹੈ। ਜੇ ਅੱਜ ਅਸੀਂ ਦੇਖੀਏ ਸੰਸਾਰ ਦੇ ਵੱਲ, ਇਸ ਤਨ ਨੂੰ ਸਵਾਰਨ ਦੇ ਲਈ ਲੱਖਾਂ ਕਰੋੜਾਂ ਦਾ ਬਿਜ਼ਨਸ ਚੱਲ ਰਿਹਾ ਹੈਗਾ। ਕਿੰਨੇ ਵੱਡੇ ਸ਼ਾਪਿੰਗ ਮਾਲ ਖੁੱਲ੍ਹੇ ਹੋਏ ਨੇ, ਜਿਨ੍ਹਾਂ ਦੇ ਵਿੱਚ ਕਿੰਨਾ ਕਾਸਮੈਟਿਕ ਜਿਹੜਾ ਹੈਗਾ ਆ ਸਮਾਨ ਵਿਕ ਰਿਹਾ। ਕਈ ਤਰ੍ਹਾਂ ਦੇ ਸ਼ੈਂਪੂ ਆ, ਕਈ ਤਰ੍ਹਾਂ ਦੇ ਸਾਬਣ ਆ, ਕਈ ਤਰ੍ਹਾਂ ਦੀਆਂ ਫੇਸ ਵਾਸ਼, ਜਿਹੜੀਆਂ ਵਾਸ਼ ਕਰੀਮਸ ਹੈਗੀਆਂ, ਉਹ ਹੈਗੀਆਂ, ਅਸੀਂ ਵਰਤਦੇ ਹਾਂ ਕਿਉਂਕਿ ਅਸੀਂ ਬਾਹਰੀ ਤੌਰ ਦੇ ਉੱਤੇ ਸੋਹਣੇ ਲੱਗਣੇ ਚਾਹੁੰਦੇ। ਪਰ ਗੁਰੂ ਪਾਤਸ਼ਾਹ ਦਾ ਹੁਕਮ ਆ ਕਿ ਅਸੀਂ ਆਪਣੇ ਅੰਦਰ ਨੂੰ ਵੀ ਸਵਾਰੀਏ। ਜੇ ਅਸੀਂ ਬਾਹਰੀ ਤੌਰ ਦੇ ਉੱਤੇ ਸੋਹਣੇ ਲੱਗਣੇ ਚਾਹੁੰਦੇ, ਤੇ ਗੁਰੂ ਸਾਡਾ ਚਾਹੁੰਦਾ ਮੈਂ ਅੰਦਰੋਂ ਵੀ ਸੋਹਣਾ ਹੋਵਾਂ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਤੇ ਇਹ ਆਪਣੇ ਆਪ ਨੂੰ ਸਵਾਰਨਾ ਕੀ ਆ? ਆਪਣੇ ਅੰਦਰ ਜਿਹੜੀ ਹਉਮੈ ਆ, ਆਪਣੇ ਅੰਦਰ ਦੀ ਜਿਹੜੀ ਮੈਲ ਹੈਗੀ ਆ, ਇਹਨੂੰ ਧੋਣਾ ਪਏਗਾ। ਅਸੀਂ ਦੇਖਦੇ ਹਾਂ ਕਿ ਸਰੀਰ ਨੂੰ ਤੇ ਧੋਣਾ ਬਹੁਤ ਸੌਖਾ ਹੈਗਾ। ਗੁਰੂ ਪਾਤਸ਼ਾਹ ਦੇ ਵੇਲੇ ਵੀ ਇਹ ਵਰਤਾਰਾ ਚੱਲ ਰਿਹਾ ਸੀ। ਗੁਰੂ ਪਾਤਸ਼ਾਹ ਦਾ ਬਚਨ ਹੁੰਦਾ ਜੀ, ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੇ। ਕਿ ਦੇਹੀ ਦੀ ਸਾਧਨਾ ਤੇ ਇਨਸਾਨ ਗੁਰੂ ਪਾਤਸ਼ਾਹ ਦੇ ਵੇਲੇ ਵੀ ਬਹੁਤ ਕਰ ਰਹੇ ਸੀ, ਕਿ ਦੇਹ ਨੂੰ ਬਹੁਤ ਧੋਂਦੇ ਸੀ, ਪਰ ਮਨ ਤੇ ਕਬੂ ਨਾ ਵਿਖਿਆ ਟਰੇ। ਕਿ ਤੇਰੇ ਮਨ ਦੇ ਜਿਹੜੇ ਜ਼ਹਿਰ ਨੇ, ਮਨ ਦੇ ਜਿਹੜੇ ਪਾਪ ਨੇ ਨਾ, ਇਹ ਦੇਹੀ ਨੂੰ ਧੋਣ ਦੇ ਨਾਲ ਸਾਫ਼ ਨਹੀਂ ਹੋਣੇ। ਇਹ ਤੈਨੂੰ ਆਪਣੇ ਖੁਦ ਦੇ ਨਾਲ, ਖੁਦੀ ਨੂੰ, ਜਿਹੜੀ ਤੇਰੇ ਅੰਦਰ ਮੈਂ ਆ, ਜਿਹੜੀ ਤੇਰੇ ਅੰਦਰ ਹਉਮੈ ਆ, ਉਹਨੂੰ ਮਿਟਾਉਣਾ ਪਏਗਾ। ਜਲ ਧੋਵੇ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਇਹ ਕੱਚੀ ਕੰਧ ਆ, ਇਹਨੂੰ ਜਿੰਨਾ ਤੂੰ ਮਰਜ਼ੀ ਜਲ ਦੇ ਨਾਲ ਧੋਲਾ, ਇਹ ਉਨਾ ਚਿਰ ਤੱਕ ਨਹੀਂ ਧੋਤੀ ਜਾਣੀ ਜਿੰਨਾ ਚਿਰ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਹੋਏਗੀ। ਇਸ ਲਈ ਸਾਨੂੰ ਗੁਰੂ ਦੇ ਸ਼ਬਦ ਨੂੰ ਕਮਾਉਣਾ ਪੈਣਾ, ਉਹਨੂੰ ਵਿਚਾਰਨਾ ਪੈਣਾ। ਤੇ ਫਿਰ ਆਪ ਗਵਾਇਆ ਸੇਵ ਕਮਾਇਆ, ਗੁਣ ਰਸ ਰਸ ਗਾਵੇ। ਇਹ ਸੇਵਾ ਨੂੰ ਕਮਾਉਣ ਦੇ ਲਈ ਜਿਹੜਾ ਖੁਦ ਨੂੰ ਸਵਾਰਨਾ ਸਾਧ ਸੰਗਤ ਜੀ, ਉਹਦੇ ਲਈ ਸਾਨੂੰ ਆਪਣਾ ਆਪ ਗਵਾਉਣਾ ਪੈਣਾ। ਅਸੀਂ ਜਦੋਂ ਸੇਵਾ ਕਰਦੇ ਹਾਂ ਸਾਧ ਸੰਗਤ ਜੀ, ਸਾਨੂੰ ਲੱਗਦਾ ਜਿਹੜੀ ਸੇਵਾ ਦੀਆਂ ਵੀ ਬੜੀ ਅਵਸਥਾ ਹੁੰਦੀਆਂ ਨੇ। ਪਹਿਲੀ ਅਵਸਥਾ ਦੇ ਵਿੱਚ ਜਿਹੜਾ ਇਨਸਾਨ ਸੇਵਾ ਕਰ ਰਿਹਾ, ਉਹਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਕਰ ਰਿਹਾ ਹਾਂ, ਮੇਰਾ ਸਰੀਰ ਲੱਗਾ ਹੈਗਾ, ਮੈਂ ਧਨ ਦੇ ਰਿਹਾ ਹੈਗਾ। ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਉਹਨੂੰ ਇਹ ਲੱਗਦਾ ਕਿ ਨਾ ਹੀ ਮੇਰਾ ਸਰੀਰ ਨੇ ਕੁਝ ਕੀਤਾ, ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ, ਕਿ ਮੈਂ ਕਰਨ ਵਾਲਾ ਨਹੀਂ ਸੀ, ਇਹ ਮੇਰੇ ਕੋਲ ਵਾਹਿਗੁਰੂ ਨੇ ਕਰਾਇਆ, ਉਹਦੀ ਕਿਰਪਾ ਦੇ ਨਾਲ ਕੀਤਾ। ਮਨ ਦੀ ਅਵਸਥਾ ਜਿਹੜੀ ਆ ਉਹ ਬਦਲ ਜਾਂਦੀ ਹੈਗੀ। ਫਿਰ ਅੱਗੇ ਕੀ ਆ ਜੀ? ਸੇਵਾ ਕਰਦਿਆਂ ਗੁਰੂ ਪਾਤਸ਼ਾਹ ਦਾ ਹੁਕਮ ਆ, ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸੇਵਾ ਦਾ ਪਰਮ
ਲਕਸ਼ ਹੈਗਾ ਕਿ ਸੇਵਾ ਕਰਦਿਆਂ ਕਰਦਿਆਂ ਸਾਡੀ ਜਿਹੜੀ ਪ੍ਰਾਪਤੀ ਆ ਉਹ ਵਾਹਿਗੁਰੂ ਨਾਲ ਹੋਣੀ। ਸਾਧ ਸੰਗਤ ਪਰ ਅਸੀਂ ਮਾफ़ ਕਰਨਾ ਜ਼ਿਆਦਾਤਰ ਇਹੀ ਸਮਝਦੇ ਹਾਂ ਕਿ ਸੇਵਾ ਕਰਨ ਦੇ ਨਾਲ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ, ਗੁਰੂ ਪਾਤਸ਼ਾਹ ਸਾਡੇ ਉੱਤੇ ਪ੍ਰਸੰਨ ਹੁੰਦੇ ਨੇ। ਪਰ ਸੇਵਾ ਦੇ ਵਿੱਚ ਇੱਕ ਬਹੁਤ ਵੱਡੀ ਬਖਸ਼ਿਸ਼ ਆ ਕਿ ਸੇਵਾ ਕਰਦਿਆਂ ਸਾਡੇ ਮਨ ਦੀਆਂ ਜਿਹੜੀਆਂ ਦੁਨਿਆਵੀ ਕਾਮਨਾਵਾਂ ਨੇ ਨਾ ਸਾਰੀਆਂ ਇਹ ਖਤਮ ਹੋ ਜਾਂਦੀਆਂ। ਫਿਰ ਸਾਡੇ ਅੰਦਰ ਇੱਕੋ ਕਾਮਨਾ ਰਹਿ ਜਾਂਦੀ ਆ, ਉਹ ਕਾਮਨਾ ਹੁੰਦੀ ਵਾਹਿਗੁਰੂ ਨੂੰ ਪਾਉਣ ਦੀ। ਛੋਟੇ ਹੁੰਦਿਆਂ ਸਾਡੇ ਪਿੰਡ ਦੇ ਵਿੱਚ ਇੱਕ ਬਾਬਾ ਜੀ ਹੁੰਦੇ ਸੀ ਤੇ ਘਰਦਿਆਂ ਕਹਿਣਾ ਤੁਸੀਂ ਨਾ ਜਾ ਕੇ ਉਹਨਾਂ ਦੀ ਸੰਗਤ ਕਰਿਆ ਕਰੋ, ਤੇ ਉਹ ਸਾਖੀਆਂ ਬਹੁਤ ਸੁਣਾਉਂਦੇ ਹੁੰਦੇ ਸੀ। ਜਦੋਂ ਜਾ ਕੇ ਉਹਨਾਂ ਕੋਲ ਬਹਿਣਾ ਤੇ ਉਹਨਾਂ ਨੇ ਜ਼ਿਆਦਾਤਰ ਜਿਹੜੀਆਂ ਸਾਖੀਆਂ ਸੁਣਾਉਣੀਆਂ ਉਹ ਸੇਵਾ ਨਾਲ ਸੰਬੰਧਿਤ ਹੁੰਦੀਆਂ ਸੀ। ਤੇ ਉਹਨਾਂ ਸਾਖੀਆਂ ਦਾ ਜਿਹੜਾ ਭਾਵ ਹੁੰਦਾ ਸੀ ਉਹ ਇਹੋ ਹੁੰਦਾ ਸੀ ਕਿ ਜਿਹੜਾ ਇਨਸਾਨ ਗੁਰੂ ਘਰ ਦੇ ਵਿੱਚ ਆ ਕੇ ਸੱਚੇ ਮਨ ਨਾਲ ਸੇਵਾ ਕਰਦਾ ਉਹਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਉਹਨਾਂ ਸਾਖੀਆਂ ਵਿੱਚੋਂ ਸਾਧ ਸੰਗਤ ਜੀ ਇੱਕ ਸਾਖੀ ਸੀ ਕਿ ਇੱਕ ਵਾਰ ਗੁਰੂ ਘਰ ਦੇ ਵਿੱਚ ਇੱਕ ਗੁਰਸਿੱਖ ਹੁੰਦਾ, ਉਹਦੀ ਹਾਲਤ ਜਿਹੜੀ ਆ ਬਹੁਤ ਮਾੜੀ ਹੁੰਦੀ, ਬਹੁਤ ਗਰੀਬ ਹੁੰਦਾ, ਤੇ ਉਹਦੀ ਪੁੱਤਰੀ ਦਾ ਵਿਆਹ ਆ ਜਾਂਦਾ ਆ। ਘਰ ਦੇ ਵਿੱਚ ਇੰਨਾ ਸਾਜੋ ਸਮਾਨ ਨਹੀਂ ਹੁੰਦਾ ਕਿ ਉਹ ਬਰਾਤ ਨੂੰ, ਉਹ ਆਉਣ ਵਾਲੇ ਮਹਿਮਾਨਾਂ ਨੂੰ ਕੁਝ ਦੇ ਸਕਣ, ਉਹਨਾਂ ਦੀ ਸੇਵਾ ਕਰ ਸਕਣ, ਜੋ ਵੀ ਫਾਰਮੈਲਿਟੀਜ਼ ਹੁੰਦੀਆਂ। ਤੇ ਕਹਿੰਦੇ ਉਹਨਾਂ ਦੀ ਘਰਵਾਲੀ ਕਹਿੰਦੀ ਹੈ ਕਿ ਤੁਸੀਂ ਆਪਣੇ ਗੁਰੂ ਅੱਗੇ ਜਾ ਕੇ ਅਰਦਾਸ ਕਰੋ। ਜਿਹੜਾ ਗੁਰਸਿੱਖ ਹੁੰਦਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦਾ ਆ ਤੇ ਆ ਕੇ ਗੁਰੂ ਅੱਗੇ ਅਰਦਾਸ ਕਰਦਾ। ਜਦੋਂ ਵਾਪਸ ਜਾਣ ਲੱਗਦਾ ਅਰਦਾਸ ਕਰਕੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜਾਣ ਨਹੀਂ ਦਿੰਦੇ। ਕਹਿੰਦੇ ਗੁਰਸਿੱਖਾ ਸਾਨੂੰ ਤੇਰੀ ਸੇਵਾ ਦੀ ਲੋੜ ਆ, ਤੂੰ ਕੁਝ ਦਿਨ ਇੱਥੇ ਰਹਿ ਕੇ ਸੇਵਾ ਕਰ। ਹੁਣ ਗੁਰੂ ਦਾ ਹੁਕਮ ਵੀ ਉਹ ਟਾਲ ਨਹੀਂ ਸਕਦਾ ਤੇ ਉਹ ਜਿਹੜਾ ਗੁਰਸਿੱਖ ਸੀ ਉਹ ਉੱਥੇ ਰਹਿ ਕੇ ਸੇਵਾ ਸ਼ੁਰੂ ਕਰ ਦਿੰਦਾ। ਫਿਰ ਹਫ਼ਤੇ 10 ਦਿਨ ਬਾਅਦ ਜਦੋਂ ਜਾਣ ਲੱਗਦਾ ਗੁਰੂ ਪਾਤਸ਼ਾਹ ਕੋ ਆਗਿਆ ਲੈਣ ਆਉਂਦਾ, ਗੁਰੂ ਪਾਤਸ਼ਾਹ ਫਿਰ ਆਗਿਆ ਨਹੀਂ ਦਿੰਦੇ। ਇਹ ਕੋਈ 6 ਸਾਲ ਜਿਹੜਾ ਹੈਗਾ, 6 ਮਹੀਨੇ ਸਾਲ ਇਹ ਵਰਤਾਰਾ ਜਿਹੜਾ ਹੈਗਾ ਉਹ ਵਰਤਦਾ ਰਹਿੰਦਾ ਆ। ਤੇ ਸਾਲ ਬਾਅਦ ਗੁਰੂ ਪਾਤਸ਼ਾਹ ਜਿਹੜਾ ਉਹਨੂੰ ਜਾਣ ਦਾ ਹੁਕਮ ਦਿੰਦੇ ਨੇ, ਤੂੰ ਹੁਣ ਵਾਪਸ ਘਰ ਚਲੇ ਜਾ। ਕਹਿੰਦੇ ਜਦੋਂ ਗੁਰਸਿੱਖ ਆਪਣੇ ਘਰ ਆਉਂਦਾ, ਜਿੱਥੇ ਉਹਦੀ ਝੌਂਪੜੀ ਸੀ, ਮਾੜਾ ਜਿਹਾ ਘਰ ਸੀ, ਉੱਥੇ ਆ ਕੇ ਦੇਖਦਾ ਉੱਥੇ ਬੜਾ ਵੱਡਾ ਮਹਿਲ ਪਿਆ ਹੈਗਾ ਆ। ਉਹਦੀ ਜਿਹੜੀ ਔਰਤ ਆ ਉਹ ਬੜੀ ਪਹਿਲਾਂ ਗਰੀਬ ਸੀ, ਇੱਕ ਰਾਣੀ ਦੀ ਤਰ੍ਹਾਂ ਰਹਿ ਰਹੀ ਹੈਗੀ। ਉਹ ਇੱਕਦਮ ਹੈਰਾਨ ਹੋ ਜਾਂਦਾ। ਉਹ ਆ ਕੇ ਜਦੋਂ ਦੇਖਦਾ ਆ, ਪੁੱਛਦਾ ਆ, ਉਹ ਦੱਸਦੀ ਕਿ ਜਦੋਂ ਤੁਸੀਂ ਸੇਵਾ ਕਰਨ ਗਏ ਉਸ ਤੋਂ ਅਗਲੇ ਦਿਨ ਹੀ ਗੁਰੂ ਦੇ ਸਿੱਖ ਆਏ, ਉਹਨਾਂ ਨੇ ਸਾਰਾ ਕੁਝ ਇਹ ਸਾਡੇ ਲਈ ਕੀਤਾ। ਤੇ ਜਦੋਂ ਅਸੀਂ ਛੋਟੀ ਉਮਰ 'ਚ ਉਹ ਸਾਖੀ ਸੁਣੀ ਨਾ, ਉਦੋਂ ਮਨ ਦੇ ਵਿੱਚ ਇੱਕ ਬੜਾ ਚਾਅ ਆਇਆ ਕਿ ਗੁਰੂ ਦੀ ਸੇਵਾ ਕਰਨ ਦੇ ਨਾਲ ਨਾ ਇਹ ਸਾਰਾ ਕੁਝ ਮਿਲੂਗਾ ਸਾਨੂੰ ਲਾਈਫ ਦੇ ਵਿੱਚ। ਪਰ ਜਦੋਂ ਵੱਡੇ ਹੋਏ, ਗੁਰ ਇਤਿਹਾਸ ਨੂੰ ਪੜ੍ਹਿਆ ਤੇ ਉੱਥੇ ਇਹ ਵੀ ਸਮਝ ਆਈ ਕਿ ਸੇਵਾ ਕਰਦਿਆਂ ਕਰਦਿਆਂ ਕਿਸੇ ਵੇਲੇ ਭਾਈ ਮਣੀ ਸਿੰਘ ਵਰਗਾ ਸਮਾਂ ਵੀ ਆ ਸਕਦਾ ਹੈ। ਕਿਉਂਕਿ ਸੇਵਾ ਕਰਤ ਹੋਏ ਨਿਹਕਾਮੀ ਆ। ਸੇਵਾ ਕਰਦਿਆਂ ਕਰਦਿਆਂ ਅਸੀਂ ਆਪਣੀਆਂ ਮਨੋਕਾਮਨਾਵਾਂ ਤੋਂ ਮੁਕਤ ਹੋਣਾ ਆ। ਸੇਵਾ ਕਰਦਿਆਂ ਕਰਦਿਆਂ ਜੀਵਨ ਦੇ ਵਿੱਚ ਕੋਈ ਉਹ ਵੀ ਸਮਾਂ ਆ ਸਕਦਾ ਆ ਜਦੋਂ ਸਾਨੂੰ ਭਾਈ ਮਣੀ ਸਿੰਘ ਦੀ ਤਰ੍ਹਾਂ ਆਪਣਾ ਜੀਵਨ ਵੀ ਧਰਮ ਦੇ ਲੇਖੇ, ਮਾਨਵਤਾ ਦੇ ਲੇਖੇ ਲਾਉਣਾ ਪੈ ਸਕੇ। ਇਹ ਵੀ ਇੱਕ ਸੇਵਾ ਦਾ ਸਿਧਾਂਤ ਆ। ਪਰ ਮਾफ़ ਕਰਨਾ, ਸੇਵਾ ਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਾਵਾਂਗੇ ਨਾ ਤੇ ਜ਼ਿਆਦਾਤਰ ਹੋ ਸਕਦਾ ਜਿਵੇਂ ਸਾਨੂੰ ਉਦੋਂ ਬਚਪਨ ਦੇ ਵਿੱਚ ਉਹ ਸਾਖੀਆਂ ਚੰਗੀਆਂ ਲੱਗਦੀਆਂ ਸੀ ਨਾ ਕਿ ਸੇਵਾ ਕਰਨ ਦੇ ਨਾਲ ਸਾਨੂੰ ਦੁਨਿਆਵੀ ਵਸਤਾਂ ਮਿਲਦੀਆਂ ਆ। ਇਹ ਵਸਤਾਂ ਤੋਂ ਉੱਪਰ ਵੀ ਨਿਕਲਣਾ ਸਾਧ ਸੰਗਤ ਜੀ। ਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ ਸਭ ਕੁਝ ਹੈਗਾ ਆ, ਕਿਸੇ ਚੀਜ਼ ਦੀ ਕਮੀ ਨਹੀਂ ਆ। ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਜੁਗਾ ਤੋਂ ਅਸੀਂ ਖਾਂਦੇ ਆ ਰਹੇ ਹਾਂ ਤੇ ਅਸੀਂ ਖਾਂਦੇ ਰਹਿਣਾ। ਪਰ ਵਿਣ ਤੁਧ ਹੋਰ ਜੇ ਮੰਗਣ, ਸਿਰ ਦੁੱਖਾਂ ਦੇ ਦੁੱਖ। ਸਾਡੇ ਮਨ ਦੀ ਅਵਸਥਾ ਜਿਹੜੀ ਹੈਗੀ ਆ ਇਹ ਵੀ ਹੋਣੀ ਚਾਹੀਦੀ ਆ ਕਿ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਅਸੀਂ ਇੱਕ ਦਿਨ ਵਾਹਿਗੁਰੂ ਨੂੰ ਮੰਗਣਾ ਹੈਗਾ ਆ। ਫਿਰ ਜਦੋਂ ਇਹ ਸਾਰੀ ਅਵਸਥਾ ਸਾਡੇ ਅੰਦਰ ਬਣ ਜਾਏਗੀ ਤੇ ਫਿਰ ਮਾਨਵਤਾ ਦਾ ਭਲਾ ਆ। ਪਰ ਉਪਕਾਰ ਨਾ ਕਬਹੂ ਕੀਏ, ਨਹੀਂ ਸਤਿਗੁਰ ਸੇਵ ਧਿਆਇਓ। ਜੇ ਪਰ ਉਪਕਾਰ ਨਹੀਂ ਕੀਤਾ, ਜੇ ਕਿਸੇ ਦੂਸਰੇ ਨੂੰ ਵੇਖ ਕੇ ਮਨ ਦੇ ਵਿੱਚ ਦਇਆ ਨਹੀਂ ਆਈ, ਕਿਸੇ ਲੋੜਵੰਦ ਨੂੰ ਵੇਖ ਕੇ ਉਹਦਾ ਪੱਲਾ ਨਾ ਫੜਿਆ, ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਤੇਰੀ ਸੇਵਾ ਕੀਤੀ ਅਸਫਲ ਆ, ਇਹ ਸਫਲੀ ਨਹੀਂ ਹੋਏਗੀ। ਕਿਉਂਕਿ ਸਿੱਖੀ ਦੇ ਵਿੱਚ ਜਿਹੜਾ ਸੇਵਾ ਦਾ ਜਨਮ ਆ ਸਾਧ ਸੰਗਤ, ਇਹ ਦਇਆ ਦੇ ਵਿੱਚੋਂ ਹੋਇਆ। ਗੁਰੂ ਨਾਨਕ ਪਾਤਸ਼ਾਹ ਦੀ ਉਹ ਸਾਖੀ ਯਾਦ ਕਰਨਾ ਜਦੋਂ ਗੁਰੂ ਪਾਤਸ਼ਾਹ ਨੂੰ ਉਹਨਾਂ ਦੇ ਪਿਤਾ ਨੇ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ, ਉਹਨਾਂ ਨੂੰ ਇੱਕ ਵਪਾਰ ਕਰਨ ਲਈ ਭੇਜਿਆ ਸੀ। ਤੇ ਗੁਰੂ ਪਾਤਸ਼ਾਹ ਨੇ ਕੀ ਦੇਖਿਆ ਸੀ ਰਸਤੇ ਦੇ ਵਿੱਚ ਕਿ ਭੁੱਖੇ ਸਾਧੂ ਬੈਠੇ ਨੇ ਜਿਨ੍ਹਾਂ ਨੂੰ ਪ੍ਰਸ਼ਾਦੇ ਦੀ ਲੋੜ ਆ। ਤੇ ਗੁਰੂ ਪਾਤਸ਼ਾਹ ਨੇ ਉਹ 20 ਰੁਪਏ ਉਹਨਾਂ ਸਾਧੂਆਂ ਨੂੰ, ਉਹਨਾਂ ਭੁੱਖੇ ਸੰਤਾਂ ਨੂੰ ਪ੍ਰਸ਼ਾਦਾ ਛਕਾਉਣ ਤੇ ਲਗਾਏ ਸੀ। ਹੁਣ ਇੱਥੇ ਵਿਚਾਰਨ ਦੀ ਲੋੜ ਆ, ਜਦੋਂ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬੈਠਿਆਂ ਦੇਖਿਆ ਹੋਵੇਗਾ, ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ? ਦਇਆ ਉਪਜੀ ਕਿ ਇਹਨਾਂ ਨੂੰ ਲੋੜ ਆ, ਇਹਨਾਂ ਨੂੰ, ਇਹ ਭੁੱਖੇ ਨੇ। ਹੁਣ ਮਾफ़ ਕਰਨਾ,
ਅਸੀਂ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਸੀਨ ਵੇਖਦੇ ਹੈਗੇ ਆਪਣੇ ਜੀਵਨ ਦੇ ਵਿੱਚ, ਦਇਆ ਸਾਡੇ ਮਨ ਦੇ ਵਿੱਚ ਵੀ ਆਉਂਦੀ ਹੈ, ਪਰ ਅਸੀਂ ਦਇਆ ਕਮਾਉਂਦੇ ਨਹੀਂ ਹੈਗੇ। ਗੁਰੂ ਪਾਤਸ਼ਾਹ ਨੇ ਕਮਾਈ ਆ ਉੱਥੇ। ਅਸੀਂ ਦਇਆ ਸਿਰਫ ਮਹਿਸੂਸ ਕਰਦੇ ਹਾਂ। ਅਸੀਂ ਮਹਿਸੂਸ ਕਰਕੇ ਉਸ ਸੀਨ ਨੂੰ ਇੱਕਦਮ ਛੱਡ ਕੇ ਫਿਰ ਅੱਗੇ ਨਿਕਲ ਜਾਂਦੇ। ਸਾਡੇ ਵਿੱਚੋਂ ਬਹੁਤ ਘੱਟ ਹੋਣਗੇ ਜਿਹੜੇ ਉਸ ਸੀਨ ਨੂੰ ਦੇਖ ਕੇ ਦਇਆ ਕਮਾਉਣ ਦੀ ਕੋਸ਼ਿਸ਼ ਕਰਨਗੇ। ਗੁਰੂ ਨਾਨਕ ਪਾਤਸ਼ਾਹ ਨੇ ਉਸ ਦਇਆ ਨੂੰ ਕਮਾਇਆ ਆ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੇਰੇ ਪਿਤਾ ਨੇ ਜਿਹੜੇ 20 ਰੁਪਏ ਦਿੱਤੇ ਸੀ ਉਹਦਾ ਮਕਸਦ ਕੀ ਸੀ, ਉਹ ਮੈਂ ਕਿਸ ਕਾਰਜ ਲਈ ਲੈ ਕੇ ਆਇਆ। ਅਤੇ ਇਸ ਕਰਕੇ ਜਿੰਨਾ ਚਿਰ ਤੱਕ ਸਾਡੇ ਮਨ ਦੇ ਵਿੱਚ ਦਇਆ ਨਹੀਂ ਉਪਜੇਗੀ, ਅਸੀਂ ਗੁਰੂ ਨਾਨਕ ਘਰ ਦੇ ਸੇਵਾਦਾਰ ਨਹੀਂ ਬਣ ਸਕਦੇ। ਸਾਧ ਸੰਗਤ ਇਹ ਹਮੇਸ਼ਾ ਯਾਦ ਰੱਖਣਾ। ਅਤੇ ਦੂਸਰਾ, ਸੇਵਾ ਕਰਦਿਆਂ ਕਦੀ ਇਹ ਨਾ ਸੋਚਣਾ ਕਿ ਗੁਰੂ ਪਾਤਸ਼ਾਹ ਨੂੰ ਸਾਡੇ ਬੜੇ ਵੱਡੇ ਖਜ਼ਾਨਿਆਂ ਦੀ ਲੋੜ ਹੈਗੀ ਆ। ਗੁਰੂ ਪਾਤਸ਼ਾਹ ਨੂੰ ਸਾਡੀ ਸੱਚੀ ਸੁੱਚੀ ਕਿਰਤ ਵਿੱਚੋਂ ਇੱਕ ਟੁੱਕ ਦੀ ਸੇਵਾ ਵੀ ਕਬੂਲ ਆ। ਭਾਈ ਲਾਲੋ ਅਤੇ ਮਲਕ ਭਾਗੋ ਵਾਲੀ ਸਾਖੀ ਇਹਨੂੰ ਸਮਝਣ ਦੇ ਲਈ ਬਹੁਤ ਜ਼ਰੂਰੀ ਹੈਗੀ ਆ। ਹੁਣ ਮਲਕ ਭਾਗੋ ਜਿੱਥੇ ਬੈਠਾ ਆ, ਉਹ ਕੀ ਕਰ ਰਿਹਾ ਆਪਣੇ ਵੱਲੋਂ? ਉਹ ਵੀ ਸੇਵਾ ਹੀ ਕਰ ਰਿਹਾ ਨਾ। ਉਹਨੇ ਲੰਗਰ ਲਾਇਆ ਹੋਇਆ, ਜਿੰਨੇ ਸਾਧੂ ਸੰਤ ਨੇ ਉਸ ਦੇ ਇਲਾਕੇ ਦੇ ਸਾਰਿਆਂ ਨੂੰ ਸੱਦ ਕੇ ਉਹਨਾਂ ਨੂੰ ਭੋਜਨ ਛਕਾ ਰਿਹਾ ਹੈਗਾ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਦੀ ਸੇਵਾ ਕਬੂਲ ਨਹੀਂ ਹੁੰਦੀ। ਕਬੂਲ ਕਿਉਂ ਨਹੀਂ ਹੁੰਦੀ? ਕਿਉਂਕਿ ਉਹਦੇ ਵਿੱਚ ਸੁੱਚੀ ਕਿਰਤ ਨਹੀਂ ਹੈਗੀ, ਉਹਦੇ ਵਿੱਚ ਦਸਾਂ ਨੋਹਾਂ ਦੀ ਕਮਾਈ ਨਹੀਂ ਹੈਗੀ, ਉਹਦੇ ਵਿੱਚ ਗਰੀਬਾਂ ਦਾ ਖੂਨ ਆ। ਇਸ ਲਈ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਉਹੀ ਸੇਵਾ ਕਬੂਲ ਹੋਏਗੀ ਜਿਹੜੀ ਸਾਡੀ ਸੱਚੀ ਸੁੱਚੀ ਕਿਰਤ ਕਮਾਈ ਦੇ ਵਿੱਚੋਂ ਗੁਰੂ ਦੇ ਲੇਖੇ ਲੱਗੇਗੀ। ਕਿਸੇ ਦੇ ਲਹੂ ਨਾਲ ਕੀਤੀ ਹੋਈ ਸੇਵਾ, ਕਿਸੇ ਦੇ ਲਹੂ ਨਾਲ ਕੀਤੀ ਹੋਈ ਕਮਾਈ ਗੁਰੂ ਦੇ ਦਰ ਦੇ ਉੱਤੇ ਕਦੇ ਵੀ ਕਬੂਲ ਨਹੀਂ ਹੋਣੀ। ਅਤੇ ਸੇਵਾ ਹਮੇਸ਼ਾ ਕਰਦਿਆਂ ਮਨ ਦੇ ਵਿੱਚ ਦਇਆ ਰੱਖਣਾ। ਸਾਧ ਸੰਗਤ, ਅਤੇ ਗੁਰਬਾਣੀ ਦੇ ਵਿੱਚ ਸੇਵਾ ਸਾਡੇ ਮਨ ਦੇ ਉੱਤੇ ਅਸਰ ਕਿਸ ਤਰ੍ਹਾਂ ਪਾਉਂਦੀ ਆ, ਸੇਵਾ ਕਰਦਿਆਂ ਸਾਨੂੰ ਕੀ ਮਿਲਦਾ ਆ, ਅਤੇ ਸੇਵਾ ਜੇ ਨਾ ਕਰੀਏ ਤਾਂ ਕੀ ਨਹੀਂ ਮਿਲਦਾ, ਇਸ ਬਾਰੇ ਜਿਹੜੀ ਹੈਗੀ ਅਸੀਂ ਆਪਣਾ ਜਿਹੜਾ ਅਗਲਾ ਵਿਚਾਰ ਹੋਏਗਾ ਉਹਦੇ ਵਿੱਚ ਸਾਂਝ ਪਾਵਾਂਗੇ। ਅਤੇ ਸੇਵਾ ਨੂੰ ਕਰਨ ਲੱਗਿਆਂ ਤੁਸੀਂ ਜਿਹੜੇ 3 ਖੱਖੇ ਤੁਹਾਡੇ ਨਾਲ ਸਾਂਝੇ ਕੀਤੇ ਆ, ਇਹਨਾਂ ਦੇ ਉੱਪਰ ਆਪਣਾ ਜਿਹੜਾ ਹੈਗਾ ਧਿਆਨ ਹਮੇਸ਼ਾ ਰੱਖਣਾ ਕਿ ਸੇਵਾ ਕਰਨ ਦਾ ਸਭ ਤੋਂ ਪਹਿਲਾ ਮਕਸਦ ਹੈਗਾ ਆਪਣੇ ਖੁਦ ਨੂੰ ਸਵਾਰਨਾ। ਖੁਦ ਨੂੰ ਸਵਾਰਨਾ ਕਿਉਂ ਆ? ਕਿਉਂਕਿ ਅਸੀਂ ਸਾਰਿਆਂ ਨੇ ਖੁਦਾ ਨੂੰ ਮਿਲਣਾ ਆ, ਅਤੇ ਖੁਦਾ ਨੂੰ ਮਿਲਣਾ ਆ, ਅਤੇ ਨਾਲੇ ਉਸ ਦੀ ਬਣਾਈ ਹੋਈ ਖਲਕਤ ਦੀ ਜਿਹੜੀ ਆ ਉਹ ਸੇਵਾ ਕਰਨੀ ਹੈਗੀ ਆ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੇ ਆ। ਅੱਜ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ, ਬਖਸ਼ ਲੈਣਾ ਜੀ। ਦਿਓ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।